ਸਤਿ ਸ੍ਰੀ ਅਕਾਲ। ਨਿਊਜ਼ 18 ਪੰਜਾਬ ਹਰਿਆਣਾ ਹਿਮਾਚਲ ਤੁਸੀਂ ਦੇਖ ਰਹੇ ਹੋ। ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ। ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ ਦੀ ਦਸਤਕ ਇਸ ਸਮੇਂ ਸਭ ਨੂੰ ਸੁਣਾਈ ਦੇ ਰਹੀ ਹੋਵੇਗੀ। ਜੀ ਹਾਂ, ਬਿਜਲੀ ਵਾਲੇ ਫ੍ਰੀ ਵਾਅਦਿਆਂ ਦੇ ਵਿਚਾਲੇ ਹੁਣ ਉਹਨਾਂ ਮੁੱਦਿਆਂ ਦਾ ਵੀ ਜ਼ਿਕਰ ਹੋ ਰਿਹਾ ਹੈ। ਮੁੜ ਤੋਂ ਉਹਨਾਂ ਮੁੱਦਿਆਂ ਨੂੰ ਚੁੱਕਿਆ ਜਾ ਰਿਹਾ ਹੈ ਜਿਨ੍ਹਾਂ ਦਾ ਰੌਲਾ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਵੀ ਪਹਿਲਾਂ ਖੂਬ ਸੁਣਾਈ ਦੇ ਰਿਹਾ ਸੀ। ਤੁਸੀਂ ਵੀ ਸੁਣਿਆ ਹੋਵੇਗਾ। ਜੀ ਹਾਂ, ਅਸੀਂ ਜ਼ਿਕਰ ਕਰ ਰਹੇ ਹਾਂ ਮਾਈਨਿੰਗ ਦਾ, ਗੈਰ ਕਾਨੂੰਨੀ ਮਾਈਨਿੰਗ ਦਾ। 2017 ਦੀਆਂ ਚੋਣਾਂ ਤੋਂ ਪਹਿਲਾਂ ਗੈਰ ਕਾਨੂੰਨੀ ਮਾਈਨਿੰਗ ਦਾ ਮੁੱਦਾ ਬਹੁਤ ਉੱਠਿਆ। ਅਕਾਲੀ ਭਾਜਪਾ ਸਰਕਾਰ ਨੂੰ ਘੇਰਿਆ ਗਿਆ ਇਸ ਮੁੱਦੇ ਦੇ ਉੱਤੇ ਵਿਰੋਧੀ ਪਾਰਟੀਆਂ ਵੱਲੋਂ। ਪਰ ਹੁਣ ਇਸ ਚੋਣਾਂ ਦੇ ਵਿੱਚ ਕੈਪਟਨ ਦੀ ਸਰਕਾਰ ਹੈ। 2022 ਤੋਂ ਪਹਿਲਾਂ ਅਕਾਲੀ ਦਲ ਵੀ ਹਮਲਾਵਰ ਹੈ। ਸੁਖਬੀਰ ਸਿੰਘ ਬਾਦਲ ਬਿਆਸ ਦਰਿਆ ਦੇ ਕੰਢੇ ਪਹੁੰਚ ਗਏ, ਮੀਡੀਆ ਨਾਲ ਸੀ ਤੇ ਉੱਥੇ ਤਸਵੀਰਾਂ ਦਿਖਾਈਆਂ ਕਿ ਦੇਖੋ ਨਜਾਇਜ਼ ਮਾਈਨਿੰਗ ਹੋ ਰਹੀ ਹੈ। ਖੈਰ ਇਸ ਸਭ ਦੇ ਵਿਚਾਲੇ ਹੁਣ ਸਵਾਲ ਇਹ ਹੈ, ਪਹਿਲਾਂ ਤਾਂ ਸਿੱਧਾ ਸਵਾਲ ਇਹੀ, ਕਿਉਂਕਿ ਮਾਈਨਿੰਗ ਤਾਂ ਦਰਿਆਵਾਂ ਦੇ ਕੰਢੇ ਹੀ ਹੋਣੀ ਹੈ, ਤਾਂ ਕੀ ਨਜਾਇਜ਼ ਮਾਈਨਿੰਗ ਉੱਥੇ ਹੋ ਰਹੀ ਸੀ? ਕਿ ਵਾਕਈ ਉੱਥੇ ਨਜਾਇਜ਼ ਮਾਈਨਿੰਗ ਹੋ ਰਹੀ ਸੀ? ਇਸ ਦੇ ਉੱਤੇ ਗੱਲਬਾਤ ਹੋਏਗੀ। ਤੇ ਦੂਜਾ ਸਵਾਲ ਕਿ ਵਾਕਈ ਹੀ ਪੰਜਾਬ ਦੇ ਖਜ਼ਾਨੇ ਨੂੰ ਖੋਰਾ ਲਗਾਇਆ ਜਾ ਰਿਹਾ ਹੈ ਨਜਾਇਜ਼ ਮਾਈਨਿੰਗ ਕਰਕੇ। ਕਿਉਂਕਿ ਜਦੋਂ ਵੀ ਵਿਰੋਧੀ ਪਾਰਟੀਆਂ ਨੂੰ ਪਲਾਨ ਪੁੱਛਿਆ ਜਾਂਦਾ ਹੈ ਕਿ ਜੇ ਤੁਸੀਂ ਬਿਜਲੀ ਫ੍ਰੀ ਦਾ ਵਾਅਦਾ ਕਰ ਰਹੇ ਹੋ, ਜੇਕਰ ਤੁਸੀਂ ਨੌਕਰੀਆਂ ਦਾ, ਰੁਜ਼ਗਾਰ ਦਾ, ਇੰਡਸਟਰੀ ਦਾ ਦਾਅਵਾ ਕਰ ਰਹੇ ਹੋ, ਤਾਂ ਉਹਨਾਂ ਦੇ ਵੱਲੋਂ ਕਿਹਾ ਜਾਂਦਾ ਹੈ ਕਿ ਦੇਖੋ ਨਜਾਇਜ਼ ਮਾਈਨਿੰਗ ਬੰਦ ਕਰ ਦਿਓ, ਲੱਖਾਂ ਕਰੋੜਾਂ ਰੁਪਇਆ ਆ ਜਾਣਾ ਹੈ ਪੰਜਾਬ ਦੇ ਖਜ਼ਾਨੇ ਦੇ ਵਿੱਚ, ਫਿਰ ਬੱਲੇ ਬੱਲੇ ਪੰਜਾਬ ਦੀ। ਤਾਂ ਕਿ ਵਾਕਈ ਇਸ ਤਰੀਕੇ ਨਾਲ ਹੈ ਕਿ ਪੰਜਾਬ ਦਾ ਰੇਤਾ, ਬਜਰੀ ਉਹ ਕਾਲਾ ਕਾਰੋਬਾਰ ਕਰਕੇ, ਕਾਲਾ ਬਾਜ਼ਾਰੀ ਕਰਕੇ ਵੇਚਿਆ ਜਾ ਰਿਹਾ ਹੈ, ਜਿਸ ਨਾਲ ਪੰਜਾਬ ਨੂੰ ਨੁਕਸਾਨ ਹੋ ਰਿਹਾ ਹੈ। ਅੱਜ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਵਾਕਈ ਹੀ ਜੋ ਸੁਖਬੀਰ ਬਾਦਲ ਉੱਥੇ ਜਾ ਕੇ ਦਾਅਵਾ ਕਰਦੇ ਨਜ਼ਰ ਆਏ, ਜਾਂ ਤੁਹਾਨੂੰ ਯਾਦ ਹੋਏਗਾ ਕਿ ਬਠਿੰਡਾ ਦੇ ਵਿੱਚ ਸਰੂਪਚੰਦ ਸਿੰਗਲਾ ਦੇ ਵੱਲੋਂ ਇੱਕ ਵੀਡੀਓ ਸੋਸ਼ਲ ਮੀਡੀਆ ਦੇ ਉੱਤੇ ਪਾਈ ਗਈ ਸੀ। ਇਹ ਨਵਾਂ ਟ੍ਰੈਂਡ ਹੈ ਕਿ ਮੀਡੀਆ ਨੂੰ ਨਾਲ ਲੈ ਜਾਓ, ਨਹੀਂ ਤਾਂ ਫਿਰ ਫੇਸਬੁੱਕ ਤੇ ਲਾਈਵ ਕਰ ਦਿਓ ਜੋ ਵੀ ਤੁਸੀਂ ਆਪਣੀ ਗੱਲ ਕਹਿਣਾ ਚਾਹੁੰਦੇ ਹੋ, ਤਾਂ ਕਿ ਵਾਕਈ ਪੰਜਾਬ 'ਚ ਹੁਣ ਵੀ ਧੜੱਲੇ ਦੇ ਨਾਲ ਨਜਾਇਜ਼ ਮਾਈਨਿੰਗ ਹੋ ਰਹੀ ਹੈ। ਕਿਉਂਕਿ ਸਰਕਾਰ ਦਾਅਵਾ ਕਰਦੀ ਹੈ ਕਿ ਨਹੀਂ, ਅਸੀਂ ਸਭ ਕੁਝ ਰੋਕ ਕੇ ਆਏ। ਤਾਂ ਅੱਜ ਇਸ ਦੇ ਉੱਤੇ ਗੱਲਬਾਤ ਕਰਾਂਗੇ। ਇੱਕ ਰਿਪੋਰਟ ਸ਼ੁਰੂਆਤ ਦੇ ਵਿੱਚ ਤੁਹਾਨੂੰ ਦਿਖਾਉਂਦੇ ਹਾਂ ਕਿ ਸੁਖਬੀਰ ਸਿੰਘ ਬਾਦਲ ਹੋਰਾਂ ਦੇ ਵੱਲੋਂ ਕੀ ਕੁਝ ਇਲਜ਼ਾਮ ਉੱਥੇ ਜਾ ਕੇ ਲਗਾਏ ਗਏ ਨੇ। ਅੱਜ ਗੱਲ ਹੋਵੇਗੀ ਮਾਈਨਿੰਗ ਦੇ ਉੱਤੇ ਹੋ ਰਹੀ ਸਿਆਸੀ ਮਹਾਭਾਰਤ ਦੀ। ਸੱਤਾ ਵਾਪਸੀ ਦੇ ਸੁਪਨੇ ਦੇਖ ਰਹੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਕੈਪਟਨ ਸਰਕਾਰ ਨੂੰ ਘੇਰਨ ਦਾ ਕੋਈ ਮੌਕਾ ਹੱਥੋਂ ਜਾਣ ਨਹੀਂ ਦਿੰਦੇ। ਫਿਰ ਚਾਹੇ ਕੈਪਟਨ ਦੇ ਪਿਛਲੇ ਚੋਣ ਵਾਅਦਿਆਂ ਦਾ ਹੋਵੇ ਜਾਂ ਕਾਂਗਰਸ ਦੇ ਅੰਦਰੂਨੀ ਕਲੇਸ਼ ਦਾ, ਜਾਂ ਫਿਰ ਆਪਣੀ ਪਾਰਟੀ ਦੇ ਵਿਧਾਇਕਾਂ ਦੇ ਬੇਟਿਆਂ ਨੂੰ ਸਰਕਾਰੀ ਨੌਕਰੀ ਦੇਣ ਦਾ ਮਸਲਾ। ਅਕਾਲੀ ਦਲ ਦੇ ਨਿਸ਼ਾਨੇ ਉੱਤੇ ਕੈਪਟਨ ਹੀ ਰਹਿੰਦੇ ਨੇ। ਬੁੱਧਵਾਰ ਨੂੰ ਅਕਾਲੀ ਸੁਪਰੀਮੋ ਸੁਖਬੀਰ ਸਿੰਘ ਬਾਦਲ ਇੱਕ ਵਾਰ ਫਿਰ ਐਕਸ਼ਨ ਮੋਡ ਦੇ ਵਿੱਚ ਨਜ਼ਰ ਆਏ ਅਤੇ ਪੰਜਾਬ ਦੇ ਵਿੱਚ ਗੈਰ ਕਾਨੂੰਨੀ ਮਾਈਨਿੰਗ ਦੇ ਉੱਤੇ ਸੁਖਬੀਰ ਬਾਦਲ ਨੇ ਕੈਪਟਨ ਸਰਕਾਰ ਦੇ ਖਿਲਾਫ ਮੋਰਚਾ ਖੋਲ੍ਹ ਦਿੱਤਾ। ਸੁਖਬੀਰ ਬਾਦਲ ਅਚਾਨਕ ਬਿਆਸ ਪਹੁੰਚੇ, ਬਿਆਸ ਦਰਿਆ ਦੇ ਕੰਢੇ ਗੈਰ ਕਾਨੂੰਨੀ ਮਾਈਨਿੰਗ ਦੇ ਇਲਜ਼ਾਮ ਲਗਾਏ। ਕਾਨੂੰਨ ਕਹਿੰਦਾ 3 ਕਿਲੋਮੀਟਰ ਦੇ ਪਹਿਲੇ ਨੇੜੇ ਦਰਿਆ 'ਚ ਕੋਈ ਮਾਈਨਿੰਗ ਨਹੀਂ ਹੋ ਸਕਦੀ। ਪਹਿਲੀ ਗੱਲ, ਦਰਿਆ 'ਚ ਮਾਈਨਿੰਗ ਕਰਨ ਵਾਸਤੇ ਤੁਹਾਨੂੰ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਤੋਂ ਪਰਮਿਸ਼ਨ ਲੈਣੀ ਪੈਂਦੀ ਹੈ। ਬਗੈਰ ਪਰਮਿਸ਼ਨ ਦੇ, ਜਿਵੇਂ ਆ ਕਿਸਾਨ ਵੀਰ ਜਿਨ੍ਹਾਂ ਦਾ ਨਾਲ ਖੇਤ ਹੈ, ਉਹ ਕੀ ਕਹਿੰਦੇ ਆ ਕਿ ਇੱਥੇ ਉਹਨਾਂ ਨੇ ਇਲੀਗਲੀ ਇੱਥੇ ਇਹਨਾਂ ਨੇ ਲਾ ਦਿੱਤਾ ਤੇ ਇੱਥੇ ਰੋਜ਼ ਦੇ 50 ਤੋਂ 100 ਟਰੱਕ ਇੱਥੋਂ ਨਿਕਲਦੇ ਆ। ਇੱਥੇ ਨਾਲੇ ਆ ਵੀ ਕਿਹਾ ਕਿ ਪੁਲਿਸ ਵਾਲੇ ਇੱਥੇ ਆਉਂਦੇ ਆ, ਇੱਥੋਂ ਪੈਸੇ ਲੈ ਕੇ ਚਲੇ ਜਾਂਦੇ ਆ ਪੁਲਿਸ ਦੀ ਨਿਗਾਹ ਦੇ ਥੱਲੇ। ਮਤਲਬ ਇਹਨਾਂ ਦੇ ਐਮਐਲਏ ਦੀ ਨਿਗਾਹ। ਸਰਕਾਰ ਦੀ ਚੁੱਪੀ ਕਿਉਂ ਆ? ਕਿਉਂਕਿ ਉਹ ਆਪ ਲੁੱਟ ਰਹੇ ਆ। ਜੇ ਸਿੰਸੀਅਰ ਹੁੰਦੇ ਤੇ ਬੰਦ ਹੋ ਜਾਂਦਾ ਸੀ, ਕਿਉਂਕਿ ਆਪ ਲੁੱਟ ਰਹੇ ਆ। ਆਪ ਪੈਸਾ ਰੋਜ਼ ਦਾ ਇਹਨਾਂ ਨੂੰ ਕਰੋੜਾਂ ਰੁਪਏ ਜੇਬ ਚ ਆ ਰਿਹਾ ਸਰਕਾਰ ਨੂੰ। ਵੈਸੇ ਤਾਂ ਗੈਰ ਕਾਨੂੰਨੀ ਮਾਈਨਿੰਗ ਦਾ ਕਾਲਾ ਕਾਰੋਬਾਰ ਪੰਜਾਬ ਦੇ ਵਿੱਚ ਵਰ੍ਹਿਆਂ ਤੋਂ ਹੁੰਦਾ ਰਿਹਾ ਹੈ ਜੋ ਇਲਜ਼ਾਮ ਲੱਗਦੇ ਨੇ। ਪਰ ਕੈਪਟਨ ਅਮਰਿੰਦਰ ਸਿੰਘ ਪਿਛਲੇ ਵਿਧਾਨ ਸਭਾ ਚੋਣਾਂ ਦੇ ਵਿੱਚ ਬਾਦਲ ਸਰਕਾਰ ਅਤੇ ਬਾਦਲ ਪਰਿਵਾਰ ਦੇ ਖਿਲਾਫ ਇਸ ਮੁੱਦੇ ਨੂੰ ਜਨਤਾ ਦੇ ਵਿਚਾਲੇ ਲੈ ਕੇ ਗਏ ਸਨ। ਇਸ ਨੂੰ ਚੋਣ ਮੁੱਦਾ ਬਣਾ ਕੇ ਜਨਤਾ ਨਾਲ ਵਾਅਦਾ ਕੀਤਾ ਸੀ ਕਿ ਨਜਾਇਜ਼ ਮਾਈਨਿੰਗ ਬੰਦ ਕਰਵਾਉਣ ਅਤੇ ਮਾਫੀਆ ਨੂੰ ਸਜ਼ਾ ਦੇਣ ਦਾ। ਪਰ ਹੁਣ ਜਦੋਂ 4 ਸਾਲ ਪੂਰੇ ਹੋਣ ਤੋਂ ਬਾਅਦ ਵੀ ਪੰਜਾਬ ਦੇ ਵਿੱਚ ਮੁੜ ਤੋਂ ਵਿਧਾਨ ਸਭਾ ਚੋਣਾਂ ਦੀ ਦਸਤਕ ਹੈ, ਤਾਂ ਅਕਾਲੀ ਦਲ ਇਹ ਸਾਬਤ ਕਰਨਾ ਚਾਹੁੰਦਾ ਹੈ ਕਿ ਵਾਅਦਿਆਂ ਤੇ ਕੈਪਟਨ ਕਿੰਨਾ ਖਰਾ ਉਤਰੇ, ਕਿ ਉਹਨਾਂ ਦੀ ਨੱਕ ਦੇ ਹੇਠਾਂ ਗੈਰ ਕਾਨੂੰਨੀ ਮਾਈਨਿੰਗ ਦਾ ਧੰਦਾ ਚੱਲ ਰਿਹਾ ਹੈ। ਅਤੇ ਇਸ ਦੇ ਸਬੂਤ ਦਿਖਾਉਣ ਦੇ ਲਈ
ਮੀਡੀਆ ਦੇ ਨਾਲ ਸੁਖਬੀਰ ਮਾਈਨਿੰਗ ਸਾਈਟ ਦੇ ਉੱਤੇ ਪਹੁੰਚ ਗਏ। ਸੁਖਬੀਰ ਬਾਦਲ ਜਿੱਥੇ ਮੀਡੀਆ ਦੇ ਨਾਲ ਗੱਲਬਾਤ ਵੀ ਕਰ ਰਹੇ ਸੀ ਔਰ ਜਿਹੜੇ ਟਿੱਪਰ ਨੇ ਉਹ ਵੱਡੀ ਤਾਦਾਦ ਦੇ ਵਿੱਚ ਇੱਥੋਂ ਜੋ ਨੇ ਉਹ ਜਦੋਂ ਸੁਖਬੀਰ ਬਾਦਲ ਦਾ ਕਾਫਲਾ ਇੱਥੇ ਪਹੁੰਚਦਾ ਹੈ ਉਸ ਤੋਂ ਬਾਅਦ ਇਹ ਜਿਹੜੇ ਟਰੱਕ ਨੇ ਟਿੱਪਰ ਨੇ ਉਹਨਾਂ ਨੂੰ ਇੱਥੋਂ ਭਜਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਪਰ ਤੁਸੀਂ ਦੇਖੋ ਕਿ ਹਾਲੇ ਵੀ ਦਰਿਆ ਦੇ ਕਿਨਾਰੇ ਤੇ ਔਰ ਦਰਿਆ ਦੇ ਜਿਹੜੇ ਕਿਨਾਰੇ ਨੇ ਉਹ ਤੁਸੀਂ ਦੇਖ ਸਕਦੇ ਹੋ ਕਿ ਕਿੰਨਾ ਨੁਕਸਾਨ ਜਿਹੜਾ ਆਸ-ਪਾਸ ਦੀਆਂ ਜ਼ਮੀਨਾਂ ਨੇ ਉਹਨਾਂ ਨੂੰ ਵੀ ਪਹੁੰਚ ਰਿਹਾ ਹੈ। ਸਿੱਧੇ ਤੌਰ ਤੇ ਕੈਪਟਨ ਅਮਰਿੰਦਰ ਸਿੰਘ ਅਤੇ ਜੋ ਮੰਤਰੀ ਸੁਖ ਸਰਕਾਰੀਆ ਦਾ ਉਹਨਾਂ ਵੱਲੋਂ ਨਾਂ ਲਿਆ ਗਿਆ ਕਿ ਇਹਨਾਂ ਵੱਲੋਂ ਇਸ ਤਰੀਕੇ ਦੇ ਨਾਲ ਪੰਜਾਬ ਭਰ ਦੇ ਵਿੱਚ ਜਿਹੜੀ ਨਾਜਾਇਜ਼ ਮਾਈਨਿੰਗ ਹੈ ਉਹ ਕਰਵਾਈ ਜਾ ਰਹੀ ਹੈ। ਉਧਰ ਆਮ ਆਦਮੀ ਪਾਰਟੀ ਵੀ ਨਸ਼ਾ, ਬੇਰੁਜ਼ਗਾਰੀ, ਮਹਿੰਗੀ ਬਿਜਲੀ, ਸਿੱਖਿਆ, ਸਿਹਤ ਵਰਗੇ ਕਈ ਮੁੱਦਿਆਂ ਨੂੰ ਲੈ ਕੇ ਕੈਪਟਨ ਨੂੰ ਆਏ ਦਿਨ ਘੇਰਦੀ ਹੈ। ਸਿਰਫ ਸਿਆਸੀ ਵਿਰੋਧੀ ਨਹੀਂ, ਕੈਪਟਨ ਦੇ ਆਪਣੇ ਵਿਧਾਇਕ, ਮੰਤਰੀ ਅਤੇ ਇੱਥੋਂ ਤੱਕ ਕਿ ਆਲਾ ਕਮਾਨ ਵੀ ਕੈਪਟਨ ਦੇ ਅਧੂਰੇ ਵਾਅਦਿਆਂ ਦੇ ਉੱਤੇ ਮੋਹਰ ਲਗਾਉਂਦੀ ਹੈ। ਆਲਾ ਕਮਾਨ ਨੇ ਤਾਂ ਕੈਪਟਨ ਨੂੰ ਜਲਦ ਤੋਂ ਜਲਦ ਪਿਛਲੇ ਸਾਰੇ ਚੋਣ ਵਾਅਦਿਆਂ ਨੂੰ ਪੂਰੇ ਕਰਨ ਦਾ ਅਲਟੀਮੇਟਮ ਤੱਕ ਦੇ ਦਿੱਤਾ। ਬਿਊਰੋ ਰਿਪੋਰਟ, ਨਿਊਜ਼ 18। ਤਾਂ ਇੱਕ ਵਾਰ ਫਿਰ ਤੋਂ ਮਾਈਨਿੰਗ ਦੇ ਮੁੱਦੇ ਦੇ ਉੱਤੇ ਮਹਾਭਾਰਤ, ਸਿਆਸੀ ਮਹਾਭਾਰਤ ਹੁੰਦੀ ਹੋਈ ਨਜ਼ਰ ਆ ਰਹੀ ਹੈ। ਪਰ ਇਸ ਸਭ ਦੇ ਵਿਚਾਲੇ ਸੁਖਬੀਰ ਦੇ ਖਿਲਾਫ ਡੀਜੀਪੀ ਨੂੰ ਇਸ ਮੁੱਦੇ ਦੇ ਉੱਤੇ ਸ਼ਿਕਾਇਤ ਵੀ ਭੇਜ ਦਿੱਤੀ ਗਈ ਹੈ। ਜੀ ਹਾਂ, ਮਾਈਨਿੰਗ ਸਾਈਟ ਦੇ ਉੱਤੇ ਸੁਖਬੀਰ ਸਿੰਘ ਬਾਦਲ ਪਹੁੰਚੇ ਸਨ ਤੇ ਇਲਜ਼ਾਮ ਲਗਾਇਆ ਕਿ ਇਹ ਲੋਕ ਭੱਜਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਗੈਰ ਕਾਨੂੰਨੀ ਮਾਈਨਿੰਗ ਹੋ ਰਹੀ ਸੀ। ਪਰ ਸੁਖਬੀਰ ਬਾਦਲ ਦੇ ਖਿਲਾਫ ਡੀਜੀਪੀ ਨੂੰ ਸ਼ਿਕਾਇਤ ਹੋਈ ਹੈ। ਇਸ ਸਮੇਂ ਦੀ ਵੱਡੀ ਖਬਰ ਹੈ, ਇਸ ਪੂਰੇ ਮਾਮਲੇ 'ਚ ਅਪਡੇਟ ਹੈ। ਮਾਈਨਿੰਗ ਕੰਪਨੀ ਨੇ ਡੀਜੀਪੀ ਨੂੰ ਸ਼ਿਕਾਇਤ ਕੀਤੀ ਹੈ। ਇਸ ਪੂਰੇ ਮਾਮਲੇ ਦੇ ਵਿੱਚ ਬੋਨੀ, ਅਜਨਾਲਾ ਤੇ ਬਲਟੋਹਾ ਦੇ ਖਿਲਾਫ ਵੀ ਕਾਰਵਾਈ ਦੀ ਮੰਗ ਕੀਤੀ ਗਈ ਹੈ। ਵਿਰਸਾ ਸਿੰਘ ਬਲਟੋਹਾ ਵੀ ਮੌਜੂਦ ਸਨ ਨਾਲ ਜਦੋਂ ਸੁਖਬੀਰ ਬਾਦਲ ਸਾਈਡ ਦੇ ਉੱਤੇ ਪਹੁੰਚੇ ਸੀ ਤੇ ਮਾਈਨਿੰਗ ਕੰਪਨੀ ਦੇ ਅਧਿਕਾਰੀ ਕਹਿ ਰਹੇ ਨੇ ਕਿ ਸਾਡੇ ਮੁਲਾਜ਼ਮਾਂ ਨੂੰ ਧਮਕਾਇਆ ਗਿਆ। ਵਿਧਾਨ ਸਭਾ ਚੋਣਾਂ ਦੇ ਲਈ ਸਿਆਸਤ ਹੋ ਰਹੀ ਹੈ, ਇਹ ਵੀ ਮਾਈਨਿੰਗ ਕੰਪਨੀ ਦਾ ਇਲਜ਼ਾਮ ਹੈ। ਕੰਪਨੀ ਨੇ ਸ਼ਿਕਾਇਤ ਦੇ ਵਿੱਚ ਇਹ ਵੀ ਤਰਕ ਦਿੱਤਾ ਹੈ ਕਿ ਸਾਡੇ ਵਰਕਰਾਂ ਨੂੰ ਇਸ ਤਰ੍ਹਾਂ ਪੇਸ਼ ਕੀਤਾ ਗਿਆ ਜਿਵੇਂ ਨਜਾਇਜ਼ ਮਾਈਨਿੰਗ ਹੋ ਰਹੀ ਹੋਵੇ। ਪਰ ਸੱਚਾਈ ਇਹ ਹੈ ਕਿ ਉਹ ਆਪਣੀ ਜਾਨ ਬਚਾਉਣ ਦੇ ਲਈ ਭੱਜ ਰਹੇ ਸਨ। ਤਾਂ ਅੱਜ ਇਸ ਮੁੱਦੇ ਉੱਤੇ ਗੱਲਬਾਤ ਅਸੀਂ ਕਰਾਂਗੇ ਕਿਉਂਕਿ ਮਾਈਨਿੰਗ ਦਾ ਮੁੱਦਾ ਜੇ ਹੈ, ਦੋ ਚੀਜ਼ਾਂ ਨੇ। ਇੱਕ ਕਿ ਇਹ ਮੁੱਦਾ ਕੋਈ ਨਵਾਂ ਨਹੀਂ, ਪਹਿਲਾਂ ਤੋਂ ਮੁੱਦਾ ਚੱਲਿਆ ਆ ਰਿਹਾ। 2017 ਦੀਆਂ ਚੋਣਾਂ ਦੇ ਵਿੱਚ ਜਿਵੇਂ ਮੈਂ ਸ਼ੁਰੂਆਤ ਦੇ ਵਿੱਚ ਜ਼ਿਕਰ ਕੀਤਾ ਸੀ ਕਿ ਉਸ ਸਮੇਂ ਵੀ ਇਸ ਦੇ ਉੱਤੇ ਬਹੁਤ ਸਿਆਸਤ ਹੋਈ ਹੈ। ਮਾਈਨਿੰਗ ਦੇ ਮੁੱਦੇ ਉੱਤੇ, ਰੇਤੇ ਬਜਰੀ ਦੇ ਮੁੱਦੇ ਉੱਤੇ ਬਹੁਤ ਸਿਆਸਤ ਹੋਈ ਹੈ। ਤੇ ਦੂਜੀ ਗੱਲ ਕਿ ਵਾਕਈ ਹੀ ਮਾਈਨਿੰਗ ਵਾਲਾ ਪੈਸਾ ਵਹਿ ਰਿਹਾ ਪੰਜਾਬ ਦਾ, ਖਜ਼ਾਨੇ 'ਚ ਨਹੀਂ ਜਾ ਰਿਹਾ। ਜੇ ਖਜ਼ਾਨੇ 'ਚ ਨਹੀਂ ਜਾ ਰਿਹਾ ਤਾਂ ਇਹਦਾ ਸਿੱਧਾ ਮਤਲਬ ਹੈ ਕਿ ਸਾਨੂੰ ਸਹੂਲਤਾਂ ਘੱਟ ਮਿਲਣਗੀਆਂ, ਸੜਕਾਂ ਨਹੀਂ ਬਣਨਗੀਆਂ, ਲੋਕਾਂ ਦੇ ਬਿਜਲੀ ਦੇ ਬਿੱਲ ਹੋਣ ਜਾਂ ਫਿਰ ਹੋਰ ਸਹੂਲਤਾਂ ਹੋਣ, ਉਹਨਾਂ ਦੇ ਵਿੱਚ ਦਿੱਕਤ ਆਏਗੀ। ਜੇ ਵਾਕਈ ਮਾਈਨਿੰਗ ਵਾਲਾ ਪੈਸਾ ਜਾਂ ਕੋਈ ਵੀ ਪੈਸਾ ਹੋਵੇ ਜਦੋਂ ਖਜ਼ਾਨੇ 'ਚ ਪਹੁੰਚੇਗਾ, ਜੇ ਕਾਲਾ ਬਾਜ਼ਾਰੀ ਨਹੀਂ ਹੋ ਰਹੀ, ਬਲੈਕ ਮਾਰਕੀਟਿੰਗ ਨਹੀਂ ਹੋ ਰਹੀ, ਤਾਂ ਫਿਰ ਪੰਜਾਬ ਦੇ ਲੋਕਾਂ ਨੂੰ ਹੀ ਫਾਇਦਾ ਉਸਦਾ ਹੋਏਗਾ। ਅਸੀਂ ਚਰਚਾ ਦੀ ਸ਼ੁਰੂਆਤ ਕਰਾਂਗੇ। ਸਭ ਤੋਂ ਪਹਿਲਾਂ ਤੁਹਾਡਾ ਤਾਰਫ ਕਰਵਾਉਣੇ ਅੱਜ ਦੇ ਮਹਿਮਾਨਾਂ ਦੇ ਨਾਲ, ਜਿਹੜੇ ਮਹਿਮਾਨ ਸਾਡੇ ਨਾਲ ਜੁੜ ਰਹੇ ਨੇ ਇਸ ਪੂਰੇ ਮੁੱਦੇ ਉੱਤੇ ਗੱਲਬਾਤ ਕਰਨ ਦੇ ਲਈ। ਸਾਡੇ ਨਾਲ ਸਵਰਨ ਸਿੰਘ ਚੰਨੀ ਜੀ ਜੁੜ ਰਹੇ ਨੇ, ਬੀਜੇਪੀ ਨੂੰ ਰਿਪਰੈਜ਼ੈਂਟ ਕਰਨਗੇ। ਸਾਡੇ ਨਾਲ ਜਗਤਾਰ ਸਿੰਘ ਸੰਘੇੜਾ ਜੀ ਜੁੜ ਰਹੇ ਨੇ ਜੋ ਕਿ ਆਮ ਆਦਮੀ ਪਾਰਟੀ ਨੂੰ ਰਿਪਰੈਜ਼ੈਂਟ ਕਰਨਗੇ। ਕਾਂਗਰਸ ਅਤੇ ਅਕਾਲੀ ਦਲ ਦੇ ਆਗੂ ਕੁਝ ਹੀ ਪਲਾਂ ਦੇ ਵਿੱਚ ਸਾਡੇ ਨਾਲ ਹੋਣਗੇ। ਮੈਂ ਸ਼ੁਰੂਆਤ ਕਰਦਾ ਆਮ ਆਦਮੀ ਪਾਰਟੀ ਤੋਂ। ਸੰਘੇੜਾ ਸਾਹਿਬ, ਤੁਹਾਡੇ ਤੋਂ ਪਹਿਲਾ ਸਵਾਲ ਸਿੱਧਾ ਜਾ। ਦੇਖੋ, ਤੁਸੀਂ ਬਿਜਲੀ ਦਾ ਮੁੱਦਾ ਚੁੱਕਿਆ, ਸੁਖਬੀਰ ਬਾਦਲ ਨੇ ਮਾਈਨਿੰਗ ਵਾਲਾ ਮੁੱਦਾ ਚੁੱਕ ਲਿਆ। ਕਿਵੇਂ ਦੇਖਦੀ ਆਮ ਆਦਮੀ ਪਾਰਟੀ ਮਾਈਨਿੰਗ ਦੇ ਮੁੱਦੇ ਨੂੰ? ਕਿ ਗੈਰ ਕਾਨੂੰਨੀ ਮਾਈਨਿੰਗ ਪੰਜਾਬ 'ਚ ਹੋ ਰਹੀ ਹੈ? ਇਹ ਤਾਂ ਗੌਰਵ ਜੀ ਇੱਕ ਚਿੱਟੇ ਦਿਨ ਸਚਾਈ ਹੈ ਕਿ ਗੈਰ ਕਾਨੂੰਨੀ ਮਾਈਨਿੰਗ ਹੋ ਰਹੀ ਹੈ। ਕਈਆਂ ਥਾਵਾਂ ਤੇ ਕਾਨੂੰਨੀ ਮਾਈਨਿੰਗ ਦੀ ਆੜ ਦੇ ਵਿੱਚ ਹੋ ਰਹੀ ਹੈ। ਜਿੱਦਾਂ ਵੱਡੇ ਟਰਾਂਸਪੋਰਟਰਸ ਦੀਆਂ, ਸਰਸੂਖ ਵਾਲੇ ਟਰਾਂਸਪੋਰਟਰਸ ਦੀਆਂ ਇੱਕ ਪਰਮਿਟ ਤੇ 5 ਬੱਸਾਂ ਚੱਲਦੀਆਂ, ਉਸੇ ਹਿਸਾਬ ਨਾਲ ਹੀ। ਤੇ ਇਹ ਜਿਹੜੀ ਗੈਰ ਕਾਨੂੰਨੀ ਮਾਈਨਿੰਗ ਹੈ, ਇਹ ਕੋਈ ਰੀਸੈਂਟ ਟ੍ਰੈਂਡ ਨਹੀਂ ਹੈਗਾ। ਤੁਸੀਂ ਖੁਦ ਹੀ ਕਹਿ ਕੇ ਮੈਂ ਸੁਣ ਰਿਹਾ ਸੀ ਤੁਹਾਨੂੰ ਕਿ ਪਿਛਲੀ ਵਾਰੀ ਵੀ ਇਹ ਸਿਆਸਤ ਦਾ ਮੁੱਦਾ ਸੀਗਾ। ਗੈਰ ਕਾਨੂੰਨੀ ਮਾਈਨਿੰਗ ਦਾ ਧੰਦਾ ਬਹੁਤ ਵੱਡੇ ਪੱਧਰ ਤੇ ਪ੍ਰਫੁੱਲਤ ਹੋਇਆ ਸ਼੍ਰੋਮਣੀ ਅਕਾਲੀ ਦਲ ਭਾਜਪਾ ਗੱਠਜੋੜ ਦੀ ਸਰਕਾਰ ਵੇਲੇ, ਇਹ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਤੋਂ ਪਹਿਲਾਂ 10 ਸਾਲ ਦੇ ਵਿੱਚ। ਅਸੀਂ ਆਸ ਕਰਦੇ ਸੀ ਵੀ ਕੋਈ ਕਾਰਵਾਈ ਕਰਨਗੇ। ਇਹਨਾਂ ਨੇ ਵਾਅਦਾ ਕੀਤਾ ਸੀਗਾ ਕੈਪਟਨ ਅਮਰਿੰਦਰ ਸਿੰਘ ਹੁਣਾਂ ਨੇ ਕਿ ਜੇ ਅਸੀਂ ਪਾਵਰ ਚ ਆਉਂਦੀ ਆ ਕਾਂਗਰਸ ਤੇ ਅਸੀਂ ਇਹ ਮਾਫੀਆ ਖਤਮ ਕਰਾਂਗੇ। ਅਸੀਂ ਵੀ ਵਾਅਦਾ ਕੀਤਾ ਸੀ। ਸਾਨੂੰ ਲੋਕਾਂ ਨੇ ਪਹਿਰੇਦਾਰੀ ਦਾ ਰੋਲ ਦੇ ਦਿੱਤਾ। ਕੈਪਟਨ ਅਮਰਿੰਦਰ ਸਿੰਘ ਹੁਣਾਂ ਦੀ ਸਰਕਾਰ ਬਣ ਗਈ, ਪਰ ਇਹਨਾਂ ਨੇ ਬਿਲਕੁਲ ਕਿਸੇ ਵੀ ਤਰ੍ਹਾਂ ਦਾ ਮਾਫੀਆ, ਹੋਰ ਵੀ ਕਈ ਤਰ੍ਹਾਂ ਦੇ ਮਾਫੀਆ ਨੇ, ਅੱਜ ਆਪਾਂ ਰੇਤ ਤੇ ਗੱਲ ਕਰ ਰਹੇ ਹਾਂ, ਦੈਟ ਇਜ਼ ਗੁੱਡ, ਇਹਨਾਂ ਨੇ ਉਹਨੂੰ ਕੰਟਰੋਲ ਕਰਨ ਲਈ ਕੋਸ਼ਿਸ਼ ਨਹੀਂ ਕੀਤੀ। ਜਦੋਂ ਵੀ ਇਹ ਹਾਈਲਾਈਟ ਹੋਇਆ, ਮੀਡੀਆ ਨੇ ਓਨੈਸਟੀ ਨਾਲ ਹਾਈਲਾਈਟ ਕੀਤਾ ਜਾਂ ਕੋਈ ਹੋਰ ਗੱਲਾਂ ਕਰਕੇ ਹਾਈਲਾਈਟ ਹੋਇਆ,
ਉਦੋਂ ਇਹਨਾਂ ਨੇ ਅੱਖਾਂ ਪੂੰਝਣ ਵਾਲੀ ਕਾਰਵਾਈ ਜ਼ਰੂਰ ਕੀਤੀ ਹੈ। ਸ਼ਾਇਦ ਤੁਹਾਨੂੰ ਯਾਦ ਹੋਵੇ ਇੱਕ ਵਾਰੀ ਕੈਪਟਨ ਅਮਰਿੰਦਰ ਸਿੰਘ ਹੁਣਾਂ ਨੇ ਹੈਲੀਕਾਪਟਰ ਤੇ ਸਰਵੇ ਵੀ ਕੀਤਾ ਸੀਗਾ, ਫਿਰ ਬਾਅਦ ਵਿੱਚ ਸਖਤ ਹਦਾਇਤਾਂ ਦਿੱਤੀਆਂ। ਉਹ ਸਾਰਾ ਆਈ ਵਾਸ਼ ਸੀਗਾ ਮੀਡੀਆ ਵਾਸਤੇ ਜਾਂ ਹੋਰ ਆਪਣਾ ਇਮੇਜ ਨੂੰ ਠੀਕ ਰੱਖਣ ਲਈ। ਪਰ ਧੜੱਲੇਦਾਰ ਨਾਲ ਮਾਈਨਿੰਗ ਹੋ ਰਹੀ ਆ ਜੀ, ਔਰ ਸਰਕਾਰੀ ਪੱਧਰ ਤੇ ਇਹ ਰਲ ਮਿਲ ਕੇ ਹੋ ਰਹੀ ਹੈ। ਵਿੱਚ ਪੁਲਿਸ ਵੀ ਸ਼ਾਮਲ ਹੈ, ਵੱਡੇ ਜਿਹੜੇ ਆ MLA ਮੰਤਰੀ ਸਾਰੇ ਹੀ ਸ਼ਾਮਲ ਨੇ ਇਹਦੇ ਵਿੱਚ। ਔਰ ਈਵਨ ਮੈਂ ਤਾਂ ਇਹ ਕਹੂੰਗਾ ਸ਼੍ਰੋਮਣੀ ਅਕਾਲੀ ਦਲ ਦੇ ਵੇਲੇ ਜਿਹੜੇ ਮੇਨ ਬੰਦੇ ਸੀਗੇ ਉਹੋ ਹੀ ਚਲਾ ਰਹੇ ਆ। ਇਹਨਾਂ ਦੀ ਹਿੱਸਾ ਪੱਤੀ ਦਾ ਫਰਕ ਮੈਂ ਤੁਹਾਡੇ ਕੋਲ ਵਾਪਸ ਆਉਣਾ। ਤੁਸੀਂ ਇਹ ਗੱਲ ਕਹੀ ਹੈ ਕਿ ਮਾਈਨਿੰਗ ਦੇ ਉੱਤੇ ਐਕਸ਼ਨ ਹੋਣਾ ਚਾਹੀਦਾ ਸੀ, ਨਜਾਇਜ਼ ਮਾਈਨਿੰਗ ਦੇ ਉੱਤੇ, ਉਹ ਕੈਪਟਨ ਸਰਕਾਰ ਦੇ ਸਮੇਂ ਦੇ ਵਿੱਚ ਨਹੀਂ ਹੋਇਆ। ਮੈਂ ਇਸ ਪੁਆਇੰਟ ਤੇ ਵਾਪਸ ਆਉਣਾ। ਚੰਨੀ ਜੀ ਸਾਡੇ ਨਾਲ BJP ਤੋਂ ਜੁੜੇ ਹੋਏ ਨੇ, ਮੈਂ ਸੰਘੇੜਾ ਸਾਹਿਬ ਤੁਹਾਡੇ ਕੋਲ ਵਾਪਸ ਆਉਣਾ। ਚੰਨੀ ਜੀ, BJP ਉਸ ਸਮੇਂ ਸੱਤਾ ਦੇ ਵਿੱਚ ਸੀ, ਦੇਖੋ ਆਮ ਆਦਮੀ ਪਾਰਟੀ ਦੇ ਨੁਮਾਇੰਦੇ ਬੈਠੇ ਨੇ, ਉਹਨਾਂ ਸਿੱਧਾ ਕਹਿ ਰਹੇ ਨੇ ਕਿ 10 ਸਾਲ ਇਹ ਮਾਈਨਿੰਗ ਦਾ ਪੂਰਾ ਖੇਡ ਹੋਇਆ ਤੇ ਕੈਪਟਨ ਉਸ ਨੂੰ ਰੋਕ ਨਹੀਂ ਪਾਏ। ਅੱਜ ਵੀ ਅਕਾਲੀ ਦਲ ਦੇ ਆਗੂ ਉਸ ਦੇ ਵਿੱਚ ਸ਼ਾਮਲ ਨੇ, ਇਹ ਵੀ ਇਲਜ਼ਾਮ ਲਗਾ ਦਿੱਤੇ। BJP ਤਾਂ ਸੱਤਾ ਦੇ ਵਿੱਚ ਤੁਹਾਨੂੰ ਲੱਗਦਾ ਕਿ ਉਸ ਸਮੇਂ ਇਹ ਸਭ ਕੁਝ ਹੋ ਰਿਹਾ ਸੀ, ਨਹੀਂ ਰੋਕ ਪਾਏ ਤੇ ਉਹੀ ਚੀਜ਼ਾਂ ਚੱਲ ਰਹੀਆਂ ਨੇ? ਦੇਖੋ ਇਲਜ਼ਾਮ ਤਾਂ ਹਮੇਸ਼ਾ ਹੀ ਲੱਗਦੇ ਰਹੇ ਨੇ ਗੌਰਵ ਜੀ, ਔਰ ਪਰ ਗੱਲ ਇਹ ਹੈਗੀ ਹੈ ਕਿ ਜਦੋਂ ਇਹ ਸਰਕਾਰ ਇੱਕ ਵਾਅਦਾ ਲੈ ਕੇ ਆਈ ਕਿ ਅਸੀਂ ਜਿਹੜੀ ਇਲੀਗਲ ਮਾਈਨਿੰਗ ਹੈਗੀ ਹੈ ਜਾਂ ਲੀਕੇਜ ਹੈਗੀ ਹੈ ਗਵਰਨਮੈਂਟ ਰੈਵਨਿਊ ਦੀ ਰਿਸੋਰਸ ਦੀ, ਅਸੀਂ ਉਹ ਟੋਟਲੀ ਪਲੱਗ ਕਰਾਂਗੇ। ਔਰ ਫਿਰ ਇਹ ਦੱਸ ਦੇਣ ਕਿ ਤੁਸੀਂ ਪੁੱਛ ਰਹੇ ਹੋ ਜਦੋਂ ਕਾਂਗਰਸ ਦੇ ਨੁਮਾਇੰਦੇ ਆਉਂਦੇ ਨੇ ਕਿ ਇਹਨਾਂ ਨੇ ਐਕਸ਼ਨ ਕੀ ਲਿਆ ਜੇ ਉਸ ਵੇਲੇ ਇਲੀਗਲ ਮਾਈਨਿੰਗ ਹੋਈ ਸੀ ਜਾਂ ਇਸ ਤਰ੍ਹਾਂ ਦਾ ਕੋਈ ਸਕੈਮ ਚੱਲ ਰਿਹਾ ਸੀਗਾ ਜੀ। ਦੂਜੀ ਗੱਲ ਮੈਂ ਕਰਨੀ ਚਾਹੁੰਦਾ ਹੈ ਕਿ ਦੇਖੋ ਗੱਲ ਇਹ ਹੈਗੀ ਹੈ ਕਿ 2018 ਦੇ ਵਿੱਚ ਕੈਪਟਨ ਸਾਹਿਬ ਨੇ ਸ਼ਾਇਦ ਏਰੀਅਲ ਥੱਲੇ ਤਾਂ ਮੇਰਾ ਸ਼ਾਇਦ ਉਤਰਦੇ ਨਹੀਂ ਸੀ, ਏਰੀਅਲ ਸਰਵੇ ਰਾਹੀਂ ਇਹਨਾਂ ਨੇ ਆਪ ਦੇਖਿਆ ਇੱਧਰ ਫਲੋਰ ਰਾਹੋਂ ਏਰੀਏ ਦੇ ਵਿੱਚ, ਤੇ ਇਹਨਾਂ ਨੇ ਨੋਟਿਸ ਲਿਆ ਕਿ ਬਹੁਤ ਭਾਰੀ ਸਕੇਲ ਤੇ ਦਰਿਆਵਾਂ ਦੀ ਜਿਹੜੀ ਹੈਗੀ ਹੈ ਦੁਰਦਸ਼ਾ ਹੋ ਰਹੀ ਹੈ ਔਰ ਇਲੀਗਲ ਮਾਈਨਿੰਗ ਹੋ ਰਹੀ ਹੈ, ਪਰ 3 ਸਾਲ ਕੋਈ ਐਕਸ਼ਨ ਨਹੀਂ ਲਿਆ। ਹੁਣ ਤੁਸੀਂ ਅੱਛਾ ਇਹਨਾਂ ਦੀ ਸ਼ੁਰੂਆਤ ਹੀ ਦੇਖ ਲਓ, ਪਹਿਲਾਂ ਤਾਂ ਰਾਣਾ ਗੁਰਜੀਤ ਜੀ ਨੇ ਅਮਿਤ ਬਹਾਦਰ ਦੇ ਨਾਂ ਤੇ 26.5 ਕਰੋੜ ਰੁਪਏ ਦੀ ਜਿਹੜੀ ਮਾਈਨ ਸੀ ਉਹ ਲਈ। ਅਖੀਰ ਤੇ ਕੀ ਹੋਇਆ, ਇੰਨਾ ਰੌਲਾ ਰੱਪਾ ਪਿਆ ਔਰ ਰਾਹੁਲ ਗਾਂਧੀ ਜੀ ਨੂੰ ਇੰਟਰਵਿਊ ਕਰਕੇ ਉਹਨਾਂ ਤੋਂ ਰਿਜ਼ਾਈਨ ਲੈਣਾ ਪਿਆ। ਠੀਕ ਹੈ, ਮਤਲਬ ਇਹਨਾਂ ਦੀ ਸ਼ੁਰੂਆਤ ਤੁਸੀਂ ਦੇਖੋ ਕਿੱਦਾਂ ਦੀ। ਔਰ ਉਸ ਤੋਂ ਬਾਅਦ ਚਾਹੇ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਹੈ, ਇੱਕ ਹੋਰ ਵੀ ਹੋਇਆ ਸੀਗਾ 2019 ਦੇ ਵਿੱਚ, ਉਹਨਾਂ ਨੇ ਪੰਜਾਬ ਨੂੰ ਟੌਪ ਤੇ ਡਿਕਲੇਅਰ ਕੀਤਾ ਕਿ ਜਿੰਨਾ ਇੱਥੇ ਇਕੋਲੋਜੀ ਦਾ ਬੁਰਾ ਹਾਲ ਕੀਤਾ ਜਾ ਰਿਹਾ ਹੈ, ਜਿਹੜੀਆਂ ਕਿ ਸਾਡੀਆਂ ਫਿਊਚਰ ਜਨਰੇਸ਼ਨਸ, ਜਿਹੜੀ ਸਾਡੀ ਪੋਸਟੈਰਿਟੀ ਹੈਗੀ ਆ, ਉਹਦੇ ਅਸੀਂ ਕੀ ਜਵਾਬਦੇ ਹੋਵਾਂਗੇ, ਉਹਦੇ ਵਿੱਚ ਅਸੀਂ ਆਏ। ਔਰ ਉਹਨਾਂ ਦੇ ਕਹਿਣ ਤੇ ਕਮੇਟੀਆਂ ਬਣੀਆਂ ਸੈਂਟਰਲ ਪੋਲੂਸ਼ਨ ਕੰਟਰੋਲ ਜੀ, ਔਰ ਇਹਦੇ ਨਾਲ ਇਵਨ ਜਿਹੜਾ ਹਾਈ ਕੋਰਟ ਵੱਲੋਂ ਨੋਟਿਸ ਹੋਇਆ ਹੈ ਰੋਪੜ ਦੇ ਵਿੱਚ, BBMB ਜਿਹੜਾ ਹੈਗਾ ਉਹ ਕਰਲਾ ਰਿਹਾ ਹੈਗਾ ਕਿ ਪਤਾ ਨਹੀਂ ਕਿੰਨਾ ਕਿ ਤੁਸੀਂ ਨੁਕਸਾਨ ਕਰ ਰਹੇ ਹੈਗੇ ਆ। ਠੀਕ ਹੈ, ਅੱਛਾ ਨਹੀਂ ਤੁਹਾਡੇ ਕੋਲ ਵਾਪਸ ਆਉਣਾ, ਬੜੀ ਤਫਸੀਲ ਦੇ ਨਾਲ ਤੁਸੀਂ ਪਿਛਲੇ 4-5 ਸਾਲ ਦੇ ਵਿੱਚ ਕੀ ਕੁਝ ਹੋਇਆ ਉਸ ਦਾ ਜ਼ਿਕਰ ਕਰ ਰਹੇ ਹੋ। ਤੇ ਇਸ ਵਿਚਾਲੇ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਨੇ ਬਲਵਿੰਦਰ ਸਿੰਘ ਭੁੰਦਰ ਜੀ ਜੁੜ ਰਹੇ ਨੇ, ਬਹੁਤ-ਬਹੁਤ ਸਵਾਗਤ ਹੈ ਸਰ। ਤੇ ਸਾਡੇ ਨਾਲ ਡਾਕਟਰ ਰਾਜਕੁਮਾਰ ਵੇਰਕਾ ਜੁੜ ਰਹੇ ਨੇ, ਕਾਂਗਰਸ ਦੇ ਸੀਨੀਅਰ ਲੀਡਰ ਨੇ, ਵਿਧਾਇਕ ਨੇ, ਬਹੁਤ-ਬਹੁਤ ਸਵਾਗਤ ਹੈ ਵੇਰਕਾ ਸਾਹਿਬ ਤੁਹਾਡਾ ਵੀ। ਭੁੰਦਰ ਸਾਹਿਬ, ਮੇਰੀ ਆਵਾਜ਼ ਜੇਕਰ ਤੁਹਾਡੇ ਤੱਕ ਆ ਰਹੀ ਹੈ ਤਾਂ ਦੇਖੋ ਜਿੱਥੇ ਮਾਈਨਿੰਗ ਹੋਈ ਹੈ ਉਹ ਕੰਪਨੀ ਕਹਿੰਦੀ ਕਿ ਕੋਈ ਨਜਾਇਜ਼ ਮਾਈਨਿੰਗ ਨਹੀਂ ਹੋ ਰਹੀ, ਆ ਕੇ ਐਵੇਂ ਸਾਡੇ EMPLOYEES ਨੂੰ ਧਮਕਾਇਆ ਗਿਆ, ਡਰਾਇਆ ਗਿਆ, ਭਜਾਇਆ ਗਿਆ। ਉਹ DGP ਕੋਲ ਸ਼ਿਕਾਇਤ ਲੈ ਕੇ ਪਹੁੰਚ ਗਏ, ਤੁਹਾਡੇ ਪ੍ਰਧਾਨ ਕਹਿੰਦੇ ਨੇ ਕਿ ਨਜਾਇਜ਼ ਮਾਈਨਿੰਗ ਹੋ ਰਹੀ ਹੈ। ਸਾਡਾ ਪ੍ਰਧਾਨ ਕਹਿੰਦਾ ਹੈਲੋ ਜੀ ਸੁਖਬੀਰ ਸਿੰਘ ਬਾਦਲ ਪਹੁੰਚੇ ਉੱਥੇ, ਸੁਖਬੀਰ ਸਿੰਘ ਬਾਦਲ ਮਾਈਨਿੰਗ ਸਾਈਟ ਦੇ ਉੱਤੇ ਸੀ, ਕਹਿੰਦੇ ਨਜਾਇਜ਼ ਮਾਈਨਿੰਗ ਹੋ ਰਹੀ ਹੈ, ਕੰਪਨੀ ਕਹਿੰਦੀ ਕੋਈ ਨਜਾਇਜ਼ ਮਾਈਨਿੰਗ ਨਹੀਂ ਹੋ ਰਹੀ। ਨਹੀਂ, ਮੇਰੀ ਆਵਾਜ਼ ਤੁਹਾਡੇ ਕੋਲ ਆਉਂਦੀ ਹੈ? ਜੀ ਬਿਲਕੁਲ ਆਵਾਜ਼ ਆ ਰਹੀ ਹੈ। ਦੇਖੋ ਪ੍ਰਧਾਨ ਸਾਹਿਬ ਅੱਗੇ ਤਾਂ ਵੱਡੀ ਗੱਲ ਹੈ, ਮੈਂ ਤੁਹਾਨੂੰ ਦੇਖੋ ਬਗੈਰ ਕਿਸੇ ਪੱਖਪਾਤ ਦੇ, ਬਗੈਰ ਕਿਸੇ ਨੂੰ ਬਲੇਮ ਕਰਦੇ ਮੈਂ ਗੱਲ ਕਹਿਣਾ ਜੀ ਕਿ ਅਸੀਂ ਤਬਾਹ ਕਰ ਲਿਆ ਸਾਡੇ ਦਰਿਆਵਾਂ 'ਚ ਪਾਣੀ ਦਾ ਡਾਟਾ ਲੈ ਲਓ, ਇਤਕੀ ਜਿੰਨਾ ਆਜ਼ਾਦੀ ਤੋਂ ਬਾਅਦ 70 ਸਾਲ ਸਭ ਤੋਂ ਘੱਟ ਦਰਿਆਵਾਂ 'ਚ ਪਾਣੀ ਹੈ ਜੀ। ਉਹਦਾ ਕਾਰਨ ਕੀ ਹੈ? ਡੈਮ ਕਿਉਂ ਸੁੱਕ ਗਏ, ਕਿਉਂ ਨਹੀਂ ਮੀਂਹ ਪੈ ਰਿਹਾ? ਉਹ ਸਾਰਾ ਇਕੋਲੋਜੀ ਨਾਲ ਸਿਸਟਮ ਹੈ, ਸਾਰੇ ਦਰਖਤ ਵੱਢਤੇ, ਸਾਰੀ ਅਸੀਂ ਜਿਹੜੀ ਨਜਾਇਜ਼ ਮਾਈਨਿੰਗ ਕਰਕੇ ਸਾਰਾ ਕੁਛ ਕਰੀ ਜਾਂਦੇ ਹਾਂ, ਇਹ ਸਾਰਾ ਲਿੰਕ ਸਾਰਾ ਇਹ ਵਾਤਾਵਰਨ ਨਾਲ ਹੈ। ਇਹ ਜਿਹੜਾ ਇੱਕ ਬਹੁਤ ਵੱਡੀ ਤਬਾਹੀ ਅਸੀਂ ਇਨਸਾਨੀਅਤ ਦੀ ਕਰ ਰਹੇ ਹਾਂ, ਨਾ ਕਿ ਅਸੀਂ ਇਕੱਲੀ ਇਹੀ ਕਿ ਨਜਾਇਜ਼ ਮਾਈਨਿੰਗ ਕਰਕੇ ਇਹ ਇੱਕ ਠੱਗੀ ਕਰ ਰਹੇ ਹਾਂ। ਜਿਹੜਾ ਲੋਕਾਂ ਦਾ ਸੋਰਸ ਹੈ ਉਹਨੂੰ ਚੰਦ ਬੰਦੇ ਵਰਤ ਕੇ ਅਮੀਰ ਹੋ ਰਹੇ ਨੇ, ਸਰਕਾਰ ਦਾ ਖਜ਼ਾਨਾ ਵੀ ਖਾਲੀ ਹੈ ਤੇ ਲੋਕਾਂ ਦੇ ਸੋਰਸ ਵੀ ਖਤਮ ਹੋ ਰਹੇ ਨੇ। ਜਿਹੜਾ ਸਾਂਝਾ ਹੈ ਸਭ ਦਾ ਜੀ, ਜੋ ਹਵਾ ਪਾਣੀ ਹੈ ਧਰਤੀ ਹੈ ਸਭ ਲੋਕਾਂ ਦੀ ਸਾਂਝੀ ਹੈ। ਇਸ ਕਰਕੇ ਮੈਂ ਸਮਝਦਾ ਕਿ ਮੈਂ ਕਿਸੇ ਇਸ ਗੱਲ 'ਚ ਨਹੀਂ ਪੈਂਦਾ, ਨਾ ਕੰਪਨੀ 'ਚ ਨਾ ਹੋਰ। ਮੈਂ ਇਹ ਕਹਿਣਾ ਚਾਹੁੰਦਾ ਪੰਜਾਬ ਸਰਕਾਰ ਨੂੰ ਵੀ, ਪੰਜਾਬ ਦੇ ਲੋਕਾਂ ਨੂੰ ਵੀ, ਤੇ ਜੋ ਸਹੀ ਸੋਚ ਵਾਲੇ ਨੇ
ਕਿ ਆਪਾਂ ਸਾਰੇ ਰਲੀਏ, ਪੰਜਾਬ ਦਾ ਵਾਤਾਵਰਨ ਹੀ ਸਣੇ ਹਿਮਾਚਲ ਸਣੇ ਸਾਰੇ ਰਲ ਕੇ ਆਪਾਂ ਇਸ ਵਾਤਾਵਰਨ ਨੂੰ ਬਚਾਈਏ ਜੇ ਜ਼ਿੰਦਗੀ ਰੱਖਣੀ ਹੈ ਜੀ। ਨਹੀਂ ਤੇ ਜ਼ਿੰਦਗੀ ਜਿੱਧਰ ਨੂੰ ਤਬਾਹੀ। ਮੈਂ ਪਾਰਲੀਮੈਂਟ 'ਚ ਵਾਟਰ ਰਿਸੋਰਸ ਕਮੇਟੀ ਦਾ ਮੈਂਬਰ ਆ ਜੀ। ਜਿਹੜੇ ਅਸੀਂ ਸਾਰੇ ਹਿੰਦੁਸਤਾਨ ਦੀ ਬਰਫ਼ ਕਿੰਨੀ ਹੈ, ਕਿੰਨੇ ਸਾਡੇ ਕੋਲੇ ਜਿਹੜੇ ਮੇਨ ਜਿਹੜੇ ਸਾਡੇ ਸੀਗੇ ਵੱਡੇ ਜਿਹੜੇ ਬਰਫ਼ ਦੇ ਭੰਡਾਰ ਉਹ ਕਿੰਨੇ ਰਹਿ ਗਏ ਨੇ, ਕਿੰਨੀ ਸਾਲ ਦੀ ਖੁਰ ਰਹੀ ਹੈ, ਕਿੰਨਾ ਸਾਡਾ ਪਾਣੀ ਦਾ ਜਿਹੜਾ ਕਿੱਥੇ ਕਿੱਥੇ ਧਰਤੀ 'ਚ ਕਿੰਨਾ ਰਹਿ ਗਿਆ, ਸਮੁੰਦਰ 'ਚ ਖਾਰਾ ਪਾਣੀ ਕਿੰਨਾ, ਮਿੱਠਾ ਕਿੰਨਾ ਹੈ, ਸਮੁੰਦਰ 'ਚੋਂ ਖਾਰਾ ਮਿੱਠਾ ਕੱਢ ਕੇ ਕਿੱਧਰ ਆ ਰਿਹਾ, ਇੱਧਰ ਪੁੱਠਾ ਮੁੜ ਕੇ ਉਹਨੂੰ ਕਿਵੇਂ ਰੋਕਣਾ ਹੈ, ਟੋਟਲ ਪਾਣੀ ਕਿੰਨਾ ਹੈ, ਟੋਟਲ ਡਿਮਾਂਡ ਕਿੰਨੀ ਹੈ, ਉਹ ਸਾਰੀ 2035 ਤੱਕ ਖਤਮ ਹੋ ਜਾਣੀ ਹੈ ਜੇ ਉਹਦੇ ਢੰਗ ਨਾਲ ਅਸੀਂ ਲੱਗਿਆ, ਜੇ ਨਾ ਅਸੀਂ ਇਹਨੂੰ ਬਚਾ ਸਕੇ ਜੀ। ਸਾਡੀ ਬਰਫ਼ ਹੈ ਜਿਹੜੀ ਉਹ ਸਾਰੀ ਸਾਡੀ ਇੰਨੀ ਜ਼ਿਆਦਾ ਜਾ ਰਹੀ ਹੈ ਸਾਲ ਦੀ ਢਲਾਈ 'ਚ, ਜਿਹਦਾ ਕਿ ਕਹਿਣਾ ਬਹੁਤ ਵੱਡਾ। ਹੁਣੇ ਸਾਡੀ ਮੀਟਿੰਗ ਪਿੱਛੇ 21 ਨੂੰ 5 ਨੂੰ ਹੋ ਰਹੀ ਹੈ ਦਿੱਲੀ, ਉਹ 'ਚ ਅਸੀਂ ਆਲ ਪਾਰਟੀ ਮੀਟਿੰਗ ਹੁੰਦਾ 25 MP ਹੁੰਦੇ ਆ। ਇਸ ਕਰਕੇ ਮੈਂ ਬਜਾਏ ਇਕੱਲੀ ਕੰਪਨੀ ਦੇ ਮੈਂ ਸਮੁੱਚੇ ਤੌਰ ਤੇ ਚਾਹੁੰਦਾ ਕਿ ਇਹ ਤਾਂ ਕੋਈ ਦਿਨ ਚਿੱਟੇ ਚੌੜੇ ਆ ਕਿ 5 ਸਾਲ ਦੀ ਨਜਾਇਜ਼ ਮਾਈਨਿੰਗ ਹੋਈ ਜਾਂਦੀ, ਅੱਜ ਥੋੜ੍ਹਾ ਹੋਈ ਜਾਂਦੀ ਹੈ। ਨਹੀਂ ਪੁੰਦਰ ਸਾਹਿਬ ਸੁਣੋ, ਕੱਲੀ ਇਹ ਨਹੀਂ ਹੋ ਰਹੀ, ਸੁਣੋ ਜੀ। ਜੇ ਕੋਲੇ ਦੀ ਮਾਈਨਿੰਗ ਲੈ ਲਈ, 1 ਕਿੱਲਾ ਲੈ ਕੇ 100 ਕਿੱਲਾ ਪੱਟ ਲੈਂਦੇ ਨਜਾਇਜ਼ ਧਰਤੀ ਥੱਲੇ ਦੀ ਥੱਲੇ। ਨਿਸ਼ਚਿਤ ਪੁੰਦਰ ਸਾਹਿਬ ਬੜੀ ਵਧੀਆ ਲੱਗ ਰਹੀ ਹੈ ਜਿਹੜੀ ਤੁਸੀਂ ਬੜੇ ਸੀਨੀਅਰ ਹੋ, ਬਹੁਤ ਤਫਸੀਲ ਦੇ ਨਾਲ ਇਸ ਗੱਲ ਨੂੰ ਰੱਖ ਰਹੇ ਹੋ, ਪਰ ਇਲਜ਼ਾਮ ਲੱਗਦੇ ਨੇ ਕਿ ਅਕਾਲੀ ਭਾਜਪਾ ਸਰਕਾਰ ਦੇ ਸਮੇਂ ਇਹ ਮਾਈਨਿੰਗ ਦਾ ਗੋਰਖ ਧੰਦਾ ਸ਼ੁਰੂ ਹੋਇਆ ਤੇ ਦੇਖੋ ਆਮ ਆਦਮੀ ਪਾਰਟੀ ਦੇ ਵੀ ਆਗੂ ਸਾਡੇ ਨਾਲ ਜੁੜੇ ਨੇ, ਉਹਨਾਂ ਨੇ ਇਲਜ਼ਾਮ ਲਗਾਏ ਕਿ 10 ਸਾਲ ਪਹਿਲਾਂ ਮਾਈਨਿੰਗ ਹੁੰਦੀ ਰਹੀ, ਕਾਂਗਰਸ ਨੇ ਕੋਈ ਐਕਸ਼ਨ ਨਹੀਂ ਲਿਆ। ਮੈਂ ਤੁਹਾਨੂੰ ਇੱਕੋ ਗੱਲ ਕਹਿਣਾ ਕਿ ਬਲੇਮ ਕਰਨਾ ਕਿਸੇ ਨੂੰ ਬੜਾ ਸੌਖਾ ਹੈ ਜੀ। ਇਹਨਾਂ ਨੇ ਆਖਿਆ ਅਸੀਂ ਇੰਨੀਆਂ 60 ਲੱਖ ਨੌਕਰੀਆਂ ਦੇ ਦੇਵਾਂਗੇ, ਦਿੱਲੀ 'ਚ ਦੇਤੀਆਂ ਨੌਕਰੀਆਂ। ਜੇ ਬਿਜਲੀ ਤੇ ਛੱਡ ਦਿਆਂਗੇ, ਜੇ ਤਾਂ 200 ਯੂਨਿਟ ਤਾਂ ਮਾਫ ਹੈ, ਜੇ 200-100 ਹੋ ਗਈ ਤਾਂ ਸਾਰਾ ਲੱਗ ਜਾਂਦਾ 201 ਜੀ। ਇਹ ਲੋਕਾਂ ਨਾਲ ਚੀਟਿੰਗ ਕਿਵੇਂ ਕਰਦੇ, ਜਿਵੇਂ ਕੰਪਾਊਂਡ ਇੰਟਰਸਟ ਹੈ ਨਾ ਕਿ ਅਸੀਂ ਲੱਗਦੇ ਨੇ ਪ੍ਰਾਈਵੇਟ ਬੈਂਕ ਵਾਲੇ ਕਿ ਜੀ ਸਾਡਾ 3% ਹੈ, ਜਦੋਂ ਉਹਨੂੰ ਕੰਪਾਊਂਡ ਕਰਕੇ ਲਓ 20% ਤੇ ਜਾਂਦਾ ਹੈ। ਮੈਂ ਇਸ ਕਮੇਟੀ ਦਾ ਮੈਂਬਰ ਰਿਹਾ ਪਾਰਲੀਮੈਂਟ 'ਚ, ਰਿਜ਼ਰਵ ਬੈਂਕ ਆਫ ਇੰਡੀਆ ਦਾ ਗਵਰਨਰ ਆਉਂਦਾ ਉੱਥੇ, ਤੇ ਮੈਂ ਆਖਿਆ ਦੱਸੋ ਤੁਹਾਡਾ ਸਿੰਪਲ ਇੰਟਰਸਟ ਹੈ ਕਿ ਕੰਪਾਊਂਡ ਹੈ? ਨਵੇਂ ਜਾਣਦੇ ਹੀ ਨਹੀਂ ਕਿ ਸਿੰਪਲ ਤੇ ਕੰਪਾਊਂਡ ਕੀ ਹੁੰਦਾ। ਕਹੇ ਜੀ ਕੰਪਾਊਂਡ ਹੈ, ਤੇ ਮੈਂ ਕਿਹਾ ਕੰਪਾਊਂਡ ਹੈ ਕਿੰਨਾ ਹੈ? ਕਹਿੰਦੇ ਇੰਨਾ ਵਾ ਮੈਨੂੰ ਜੋੜ ਕੇ ਦਿਓ ਕਿ 100 ਰੁਪਏ ਦਾ ਸਿੰਪਲ 8% ਇੰਟਰਸਟ ਹੈ ਦੂਜੇ ਬੈਂਕ ਦਾ ਤੇ ਤੁਹਾਡਾ 2% ਹੈ, ਮੈਨੂੰ ਦੱਸੋ ਕਿ 1 ਸਾਲ 'ਚ ਕਿੰਨਾ ਬਣਿਆ? ਜਦੋਂ ਮਹੀਨੇ ਬਾਅਦ ਜੋੜਿਓ ਵਧ ਗਿਆ ਪਤੰਦਰ ਝਾਕਣ। ਮੈਂ ਕਿਹਾ ਆਹ ਕੰਪਾਊਂਡ ਇੰਟਰਸਟ ਅਸੀਂ ਲੋਕਾਂ ਨੂੰ ਚੀਟਿੰਗ ਕਰਦੇ ਹੋ। ਇਹ ਜਿਹੜੇ ਲੋਕ ਆ ਇਹ ਬਲੇਮ ਕਰਨ ਜਾਣਦੇ ਆ। ਕਿੰਨਾ ਖਿਲਾਰਤਾ ਇਹਨਾਂ ਨੇ ਦਿੱਲੀ 'ਚ, ਕਿੰਨੀ ਕੁ ਦੁਨੀਆ ਨੌਕਰੀ ਦੇਤੀ, ਕਿੰਨੇ ਕੁ ਪੱਕੇ ਕਰਤੇ। ਸੋ ਇਸ ਕਰਕੇ ਮੈਂ ਕਿਸੇ ਨੂੰ ਜਾਤੀ ਨਹੀਂ ਕਹਿੰਦਾ, ਮੈਂ ਇਹਨਾਂ ਨੂੰ ਕਹਿਣਾ ਚਾਹੁੰਦਾ ਕਿ ਤੁਸੀਂ ਮੈਨੂੰ ਰਸਤਾ ਦਿਓ ਕਿ ਕਹਿੰਦੇ ਅਸੀਂ ਘਰ ਘਰ ਨੌਕਰੀ ਦੇ ਸਾਹ ਕਰਦੇ। ਮੈਂ ਅਮਰਿੰਦਰ ਨੇ ਕਿਹਾ ਸੀ ਕਿ ਅਸੀਂ 1 ਮਹੀਨੇ ਚਿੱਟਾ ਬੰਦ ਕਰ ਦਿਆਂਗੇ, ਹੋ ਗਿਆ ਹੁਣ ਮੈਂ ਨਹੀਂ ਕਹਿੰਦਾ ਕਾਂਗਰਸ ਕੀ ਕਹਿੰਦੇ ਸੁਣ ਲਓ, ਮੈਂ ਨਹੀਂ ਕਹਿੰਦਾ ਕਾਂਗਰਸ ਕੀ ਕਹਿੰਦੇ ਉਹਨੂੰ ਸੁਣ ਲਓ, ਰੋਜ਼ ਕੀ ਕਹਿੰਦੇ ਨੇ। ਇਹੀ ਚੀਜ਼ ਆਪ ਵਾਲਿਆਂ ਨੂੰ ਪੁੱਛਦਾ ਕਿ ਤੁਸੀਂ ਕੁਐਸਚਨ ਤਾਂ ਪੁੱਟ ਕਰ ਦਿਓ, ਉਹਦਾ ਆਨਸਰ ਵੀ ਦੱਸੋਗੇ ਕੀ ਹੈ। ਮੈਨੂੰ ਦੱਸੋਗੇ, ਕਹਿੰਦੇ ਜੀ ਇੱਥੇ ਤੋੜਾ ਨਹੀਂ ਅਸੀਂ ਖਜ਼ਾਨਾ ਦੁੱਗਣਾ ਕਰ ਦਿਆਂਗੇ, ਦੱਸੋ ਸੋਰਸ ਕਿਹੜੇ ਨੇ? ਠੀਕ ਹੈ ਪੁੰਦਰ ਸਾਹਿਬ, ਮੈਂ ਤੁਹਾਡੇ ਕੋਲ ਵਾਪਸ ਆਉਣਾ। ਸਾਡੇ ਨਾਲ ਵੇਰਕਾ ਸਾਹਿਬ ਜੁੜੇ ਹੋਏ ਨੇ, ਆਪਾਂ ਉਹਨਾਂ ਤੋਂ ਵੀ ਇੱਕ ਰਿਐਕਸ਼ਨ ਜ਼ਰੂਰ ਲੈ ਲਈਏ। ਵੇਰਕਾ ਸਾਹਿਬ, ਨਜਾਇਜ਼ ਮਾਈਨਿੰਗ ਹੋ ਰਹੀ ਹੈ, ਅਕਾਲੀ ਦਲ ਇਲਜ਼ਾਮ ਲਗਾ ਰਿਹਾ, ਅਕਾਲੀ ਦਲ ਦੇ ਪ੍ਰਧਾਨ ਪਹੁੰਚ ਗਏ ਉੱਥੇ ਮਾਈਨਿੰਗ ਸਾਈਟ ਦੇ ਉੱਤੇ ਬਿਆਸ ਦਰਿਆ ਦੇ ਕੰਢੇ ਤੇ ਉੱਥੇ ਕਿਹਾ ਕਿ ਦੇਖੋ ਨਜਾਇਜ਼ ਮਾਈਨਿੰਗ ਹੋ ਰਹੀ ਹੈ, ਰੋਕ ਨਹੀਂ ਰਹੀ ਕੈਪਟਨ ਸਰਕਾਰ, ਸ਼ਰੇਆਮ ਹੋ ਰਹੀ ਹੈ ਨਜਾਇਜ਼ ਮਾਈਨਿੰਗ। ਦੇਖੋ ਹਰ ਰੇਤ ਨੂੰ ਵੇਖ ਕੇ ਨਜਾਇਜ਼ ਮਾਈਨਿੰਗ ਕਰਨਾ ਇਹ ਗੱਲ ਮੇਰੇ ਖਿਆਲ ਦਰੁਸਤ ਨਹੀਂ ਹੈ। और जितों तक सवाल भुंदड़ साहब ने बहुत विस्तार दे नाल बहुत सारियां गल्लां कही हैं कि असी नेचर दे नाल खिलवाड़ कर रहे हैं। ये गल जिहड़ी है ना बहुत घट लोग सोचते हैं कि जिन्ना चिर तक आपां नेचर नाल खिलवाड़ करना बंद नहीं करांगे, जिन्ना चिर तक असी अपने रुखां ते कुखां नूं नहीं बचावांगे, तद तक ये हालात होणगे। ये जमीनी पद्धर ते जिहड़े हालात है, इंसान ने अपनी जेबां भरन वास्ते ये नेचर का खिलवाड़ किया। और जितों तक सवाल पोलीटिकल आ कि सुखबीर बादल जी वो जगह के उपर गए, उन्होंने क्या नजायज माइनिंग हो रही है और कंपनी ने क्या भी असी माइनिंग कर रहे हैं, नजायज नहीं कर रहे, साढ़े को पूरे डॉक्यूमेंट है, असी उसकी इंक्वायरी मारक कर दी कि अगर वो जगह के उपर इलीगल माइनिंग है ते सारियां दे खिलाफ FIR दर्ज करो ते जिहड़े अधिकारी शामिल है ਉਹਦੇ खिलाफ भी FIR दर्ज करो। अगर वो जायज माइनिंग है ते सुखबीर सिंह बादल नूं उस गल दी इतलाह कर दो। ये तो बड़ा सिंपल जिहा सवाल है। और जितों तक सवाल दूसरा मैं कहना चाहना है कि जिहड़ा ये कह रहे हैं कि 5 साल तो माइनिंग हो रही है, मैं ये जरूर कहना चाहवांगा कि अकाली दल के टाइम के उपर
ਇਹ ਸਾਰਾ ਸ਼ੋਰ ਸ਼ਰਾਬਾ ਤੁਸੀਂ ਸਾਰਾ ਸੁਣਦੇ ਹੋ। ਅੱਜ ਉਹਨਾਂ ਸ਼ੋਰ ਸ਼ਰਾਬਾ ਨਹੀਂ ਹੈ, ਇਹ ਕਿਤੇ ਨਾ ਕਿਤੇ ਕੋਈ ਲੁਕ ਛੁਪ ਕੇ ਕਰਦਾ, ਲੇਕਿਨ ਅਸੀਂ ਉਸ ਤੇ ਕਾਰਵਾਈ ਕਰ ਰਹੇ ਹਾਂ। ਇਹਨਾਂ ਦੇ ਟਾਈਮ ਦੇ ਉੱਪਰ ਮਾਈਨਿੰਗ ਦਾ ਸਰਕਾਰੀ ਰੈਵਨਿਊ ਜਿਹੜਾ ਸੀ ਉਹ 40 ਕਰੋੜ ਰੁਪਈਆ ਸੀ, ਅੱਜ 400 ਕਰੋੜ ਰੁਪਈਆ ਇਹਦੇ ਤੇ ਰੈਵਨਿਊ ਸਰਕਾਰ ਨੂੰ ਵੀ ਆਇਆ ਹੈ। ਔਰ ਮੈਂ ਇਹ ਗੱਲ ਦੇ ਹੱਕ 'ਚ ਹਾਂ ਕਿ ਬਈ ਸਭ ਲੋਕਾਂ ਨੂੰ ਅੱਖਾਂ ਖੋਲ ਕੇ ਚੱਲਣਾ ਚਾਹੀਦਾ ਬਈ ਇਹ ਸਾਰੇ ਅਸੀਂ ਪੰਜਾਬ ਦੇ ਲੋਕ ਹਾਂ, ਕਿਸੇ ਵੀ ਪਾਰਟੀ ਦਾ ਆਦਮੀ ਜਿੱਥੇ ਕਿਤੇ ਗਲਤ ਕੰਮ ਹੋ ਰਿਹਾ ਹੈ ਸਾਨੂੰ ਸਾਰਿਆਂ ਨੂੰ ਪਹਿਰਾ ਦੇਣਾ ਚਾਹੀਦਾ। ਮੈਂ ਇਹਨਾਂ ਦੇ ਹੱਕ 'ਚ ਹਾਂ, ਅਗਰ ਕਿਤੇ ਗਲਤ ਹੋ ਰਿਹਾ ਉਹਨਾਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਹੈ। ਠੀਕ ਹੈ, ਮੈਨੂੰ ਇੱਕ ਛੋਟਾ ਜਿਹਾ ਬ੍ਰੇਕ ਲੈਣਾ ਪਏਗਾ ਇੱਥੇ। ਮੈਂ ਬ੍ਰੇਕ ਤੋਂ ਬਾਅਦ ਵਿੱਚ ਚਰਚਾ ਨੂੰ ਅੱਗੇ ਵਧਾਵਾਂਗਾ। ਮਾਈਨਿੰਗ ਦਾ ਮੁੱਦਾ ਬਹੁਤ ਗੰਭੀਰ ਮੁੱਦਾ ਹੈ ਕਿਉਂਕਿ ਬਹੁਤ ਵੱਡੀ ਇੱਕ ਅਮਾਉਂਟ ਜਾਂ ਕਹੀਏ ਕਿ ਰੈਵਨਿਊ ਸਟੇਟ ਦਾ ਜੁੜਿਆ ਹੁੰਦਾ ਇਸ ਦੇ ਨਾਲ, ਇਸ ਕਰਕੇ ਵੀ ਵੱਡਾ ਮੁੱਦਾ ਬਣ ਜਾਂਦਾ ਜਦੋਂ ਖਜ਼ਾਨੇ ਨਾਲ ਜੁੜ ਜਾਵੇ ਔਰ ਉਸ ਖਜ਼ਾਨੇ ਦੇ ਵਿੱਚ ਉਸ ਦਾ ਇੱਕ ਵੱਡਾ ਪਾਰਟ ਹੋਵੇ। ਇੱਕ ਛੋਟੇ ਜਿਹੇ ਬ੍ਰੇਕ ਲਈ ਸਾਨੂੰ ਰੁਕਣਾ ਪਏਗਾ। ਬ੍ਰੇਕ ਤੋਂ ਬਾਅਦ ਅਸੀਂ ਗੱਲਬਾਤ ਨੂੰ ਜਾਰੀ ਰੱਖਾਂਗੇ ਤੇ ਹੁਣ ਗੱਲ ਇਹੀ ਹੈ ਕਿ ਜੇ ਨਜਾਇਜ਼ ਮਾਈਨਿੰਗ ਹੋ ਰਹੀ ਹੈ ਤਾਂ ਰੋਕਿਆ ਕਿਵੇਂ ਜਾਵੇ, ਜੇ ਨਜਾਇਜ਼ ਮਾਈਨਿੰਗ ਨਹੀਂ ਹੋ ਰਹੀ ਤਾਂ ਕੀ ਸਿਰਫ ਸਿਆਸਤ ਇਸ ਪੂਰੇ ਮੁੱਦੇ ਉੱਤੇ ਹੋ ਰਹੀ ਹੈ। ਗੱਲਬਾਤ ਜਾਰੀ ਰੱਖਾਂਗੇ ਬ੍ਰੇਕ।